नबी पाक सल्लल्लाहु अलैहि वसल्लम ने खास करके ਜਿਹੜੇ ਆਪਣੇ ਦੋ ਕਰੀਬੀ ਰਿਸ਼ਤੇਦਾਰ ਸਨ, ਆਪਣੀ ਫੁੱਫੀ ਜਾਨ ਤੇ ਦੂਸਰਾ ਆਪਣੀ ਬੇਟੀ, ਮੈਂ ਫੁੱਫੀ ਜਾਨ ਨੂੰ ਵੀ ਸਾਈਡ ਤੇ ਕਰ ਦੇਣਾ, ਆਪਣੀ ਜਿਹੜੀ ਬੇਟੀ ਹੈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਕਹਿ ਰਹੇ ਨੇ ਕਿ ਮੇਰੀ ਬੇਟੀ ਮੇਰੇ ਕੋਲੋਂ ਦੁਨੀਆ ਦੇ ਵਿੱਚ ਮੇਰੇ ਮਾਲ ਵਿੱਚ ਜੋ ਲੈਣਾ ਹੀ ਲੈ ਲੈ, ਆਖਰਤ ਵਿੱਚ ਮੈਂ ਤੇਰੇ ਵਾਸਤੇ ਕੁਝ ਨਹੀਂ ਕਰ ਸਕਦਾ। ਹੁਣ ਮੈਨੂੰ ਇੱਕ ਗੱਲ ਦੱਸੋ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਪਣੀ ਬੇਟੀ ਨੂੰ ਇਹ ਕਹਿ ਰਹੇ ਨੇ ਤੇ ਅੱਜ ਅਸੀਂ ਕੀ ਕਹਿ ਰਹੇ ਹਾਂ ਜੀ? ਗੌਸ ਪਾਕ ਨੂੰ ਜਾਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਮੰਨਣ ਵਾਲੇ ਜਿਹੜੇ ਨੇ, ਮਤਲਬ ਨੌਜ਼ ਬਿੱਲਾ ਖਾਕ ਮੇਰੇ ਮੂੰਹ 'ਚ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਰੁਤਬਾ ਜਿਹੜਾ ਉਹ ਗੌਸ ਪਾਕ ਜਾਂ ਇਹ ਬਜ਼ੁਰਗਾਂ ਤੋਂ ਥੱਲੇ ਹੋ ਗਿਆ ਕਿ ਅੱਲਾਹ ਤਾਲਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਹਿ ਰਿਹਾ ਹੈ ਕਿ ਆਪਣੇ ਕਰੀਬੀਆਂ ਨੂੰ ਡਰ ਸੁਣਾਓ। ਅਸੀਂ ਕੀ ਕਰ ਰਹੇ ਹਾਂ? ਅਸੀਂ ਕਹਿ ਰਹੇ ਹਾਂ ਜੀ ਗੌਸ ਪਾਕ ਉੱਥੇ ਆਏ ਨੇ ਧੋਬੀ ਵਾਸਤੇ, ਉੱਥੇ ਆ ਕੇ ਉਹਨਾਂ ਨੇ ਕਿਹਾ ਜੀ ਓਹੋ ਮੇਰਾ ਧੋਬੀ ਆ ਗਿਆ ਇੱਥੇ, ਤੁਸੀਂ ਉਹਨੂੰ ਸਵਾਲ ਜਵਾਬ ਕਰ ਰਹੇ ਜੀ, ਪਿੱਛੇ ਹੋ ਜਾਓ ਤੁਸੀਂ, ਠੀਕ ਹੈ। ਅੱਛਾ, 2 ਸਵਾਲ ਕੀਤੇ ਨੇ, 2 ਸਵਾਲਾਂ ਦਾ ਜਵਾਬ ਉਹਨੇ ਦਿੱਤਾ ਜੀ ਮੈਂ ਗੌਸ ਪਾਕ ਦਾ ਧੋਬੀ ਹਾਂ। ਹੁਣ ਗੌਸ ਪਾਕ ਦਾ ਤੂੰ ਧੋਬੀ ਹੈ, 2 ਜਿਹੜੇ ਬੁਨਿਆਦੀ ਸਵਾਲ ਨੇ ਵੀ ਤੇਰਾ ਰੱਬ ਕੌਣ ਹੈ ਤੇ ਤੇਰਾ ਦੀਨ ਕੀ ਹੈ, ਉਹਨਾਂ ਦਾ ਜਵਾਬ ਤੂੰ ਇਹ ਪਾ ਦੇਣਾ। ਸਾਰੀ ਉਮਰ ਤੂੰ ਗੌਸ ਪਾਕ ਦਾ ਧੋਬੀ ਨੇ ਹੈ, ਜਵਾਬ ਤੈਨੂੰ ਇਹ ਦੋ ਨਹੀਂ ਆਏ। ਮੈਨੂੰ ਤਾਂ ਸਮਝ ਨਹੀਂ ਆਈ ਕਿ ਇਸ ਕਹਾਣੀ 'ਚ ਦੀਨ ਦੀ ਖਿਦਮਤ ਕੀ ਹੈ, ਠੀਕ ਹੈ। ਮੇਰਾ ਤੁਹਾਡੇ ਸਾਰਿਆਂ ਅੱਗੇ ਸਿਰਫ ਇੱਕ ਹੀ ਸਵਾਲ ਹੈ ਕਿ ਇਸ ਕਹਾਣੀ ਤੋਂ ਇਸਲਾਮ ਨੂੰ ਕੀ ਫਾਇਦਾ ਹੋਇਆ, ਠੀਕ ਹੈ। ਮਤਲਬ ਤੁਸੀਂ ਲੋਕਾਂ ਨੂੰ ਦਲੇਰ ਕਰ ਰਹੇ ਜੇ ਇਹੋ ਜਿਹੀਆਂ ਕਹਾਣੀਆਂ ਸੁਣਾ ਕੇ ਕਿ ਬਾਬੇ ਜਿਹੜੇ ਨੇ ਇਹਨਾਂ ਨੂੰ ਮਤਲਬ ਇੰਨਾ ਕੋਈ ਇਹਨਾਂ ਦਾ ਲੈਵਲ ਹੈ ਕਿ ਕਬਰ ਵਿੱਚ ਵੀ ਦੋਜ਼ਖ ਵਿੱਚ ਵੀ ਤੁਸੀਂ ਚਲੇ ਜਾਓਗੇ ਤੇ ਦੋਜ਼ਖ ਵਿੱਚੋਂ ਵੀ ਤੁਹਾਨੂੰ ਕੱਢ ਲਿਆਣਗੇ, ਠੀਕ ਹੈ। ਤੇ ਦੂਸਰਾ ਜਿਹੜਾ ਮਤਲਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਤਾਲੀਮ ਹੋਰ ਹੈ, ਤੁਸੀਂ ਤਾਲੀਮ ਕੋਈ ਹੋਰ ਦੇ ਰਹੇ ਜੇ।